ਦਿੱਤਾ, ਨਾਨਕ ਸੱਚ ਧਿਆਏ ਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਉਹ ਕੱਚੇ ਲੋਕ ਨੇ। ਇਸ ਕਰਕੇ ਸਾਨੂੰ ਬਾਣੀ ਨੇ ਕਿਹਾ ਕਿ ਜੇ ਜੁੜਨਾ ਹੀ ਹੈ ਤੇ ਜੁੜ ਪੱਕਿਆਂ ਦੇ ਨਾਲ। ਨਾਨਕ ਕੱਚੜੀਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਪੱਕਿਆਂ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝਣਾ ਕਰ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਕਰ। ਤੇ ਜਦੋਂ ਹੁਕਮ ਮੰਨ ਲਵੇਂਗਾ ਤੇ ਫਿਰ ਕਹਿੰਦੇ ਇਸ ਸੰਸਾਰ ਵਿੱਚੋਂ ਸਫਲਾ ਹੋ ਜਾਵੇਗਾ, ਇਸ ਸੰਸਾਰ ਵਿੱਚੋਂ ਸਫਲਾ ਹੋ ਜਾਵੇਗਾ। ਇਹੀ ਗੱਲ ਨੂੰ ਕਹਿੰਦੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ। ਤੇ ਇਸੇ ਤਰ੍ਹਾਂ ਅੱਖਰੀ ਅਰਥਾਂ ਵਿੱਚ ਕੀ ਕਹਿ ਰਹੇ ਨੇ? ਸਤਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਤੇ ਕਹਿੰਦੇ ਸੱਸੇ ਅੱਖਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਪਾਤਸ਼ਾਹੀ ਸੱਸਾ ਅੱਖਰ ਹੈ, ਕਿਉਂਕਿ ਅਸੀਂ ਊੜਾ ਆੜਾ ਸਾਰੇ ਜਾਣਦੇ ਹਾਂ ਭਾਈ। ABC ਵੀ ਪਤਾ ਹੁੰਦਾ, ਊੜਾ ਆੜਾ ਪਹਿਲਾਂ ਸਾਨੂੰ 35 ਸਾਡੀ ਮਾਂ ਬੋਲੀ ਹੈ। ਤੇ ਸਾਡੀ ਮਾਂ ਬੋਲੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਓੰਕਾਰ ਬਾਣੀ ਦੇ ਰਾਹੀਂ ਸੱਸੇ ਅੱਖਰ ਰਾਹੀਂ ਸਾਨੂੰ ਕਹਿ ਰਹੇ ਨੇ ਇਹ ਉਪਦੇਸ਼ ਸੱਸੇ ਅੱਖਰ ਦਾ ਕਿ ਸਾਰਾ ਜਗਤ ਸਾਰਾ ਸੰਸਾਰ ਉਸ ਪਰਮਾਤਮਾ ਨੇ ਬਣਾਉਣਾ ਕੀਤਾ ਤੇ ਤਿੰਨਾਂ ਭਵਨਾਂ ਦੇ ਵਿੱਚ ਉਹਦੀ ਜੋਤ ਪਸਰ ਰਹੀ ਹੈ। ਕਈ ਵਾਰ ਮਨ 'ਚ ਆਉਂਦੀ ਹੈ ਕਿ ਜੋਤ ਕਿਸੇ ਨੇ ਕਿਹੜਾ ਵੇਖੀ ਹੈ ਜੀ, ਕਿਹੜਾ ਕਿਸੇ ਨੇ ਸਰੀਰ ਦੇ ਵਿੱਚੋਂ ਪਾੜ ਕੇ ਵੇਖੀ ਹੈ। ਡਾਕਟਰਾਂ ਨੂੰ ਪੁੱਛ ਲਈਏ, ਨਹੀਂ ਕੁਝ ਪਤਾ ਲੱਗਦਾ। ਪਰ ਹੈ ਉਸ ਪਰਮਾਤਮਾ ਦੀ ਜੋਤ। ਕਿਉਂਕਿ ਇਹ ਗੱਲ ਦਾ ਸਾਨੂੰ ਉਸ ਦਿਨ ਪਤਾ ਲੱਗਦਾ ਹੈ ਜਿਸ ਦਿਨ ਮਨੁੱਖ ਨਾ ਸਰੀਰ ਦੇ ਵਿੱਚੋਂ ਪ੍ਰਾਣਾਂ ਨੂੰ ਤਿਆਗ ਕੇ ਇੱਕ ਸਾਈਡ 'ਤੇ ਹੋ ਜਾਂਦਾ। ਭਾਵ ਜਿਹੜੀ ਆਤਮਾ ਰੂਪ ਜੋਤ ਹੈ ਉਹ ਜਦੋਂ ਨਿਕਲ ਜਾਂਦੀ ਹੈ ਤੇ ਫਿਰ ਕਹਿੰਦੇ ਮਨੁੱਖ ਨੂੰ ਜਿੰਨਾ ਮਰਜ਼ੀ ਕਹੀ ਜਾਈਏ ਆਹ ਸੋਨੇ ਦੀ ਅੰਬਾਰ ਲਾ ਦਿੱਤੇ, ਆਹ ਕਰ ਦਿੱਤਾ, ਆਹ ਕਰ ਦਿੱਤਾ, ਕੁਝ ਕੰਮ ਨਹੀਂ ਆਉਂਦਾ ਉਸ ਦਿਨ। ਇੱਕ ਨਾ ਮੈਂ ਘਟਨਾ ਪੜ੍ਹ ਰਿਹਾ ਸੀ, ਉਹ ਘਟਨਾ ਦੇ ਵਿੱਚ ਕਿ ਇੱਕ ਮਨੁੱਖ ਹਸਪਤਾਲ ਦੇ ਵਿੱਚ ਪੈਸਿਆਂ ਦਾ ਭਰਿਆ ਬੈਗ ਲੈ ਕੇ ਜਾਂਦਾ ਹੈ ਤੇ ਡਾਕਟਰ ਨੂੰ ਇੱਕ ਗੱਲ ਕਹਿੰਦਾ ਕਿ ਮੈਨੂੰ ਬਚਾ ਲਓ ਜੀ। ਡਾਕਟਰ ਨੂੰ ਕਹਿ ਰਿਹਾ ਹੈ ਮੈਨੂੰ ਬਚਾਉਣਾ ਕਰੋ ਉਸ ਮਨੁੱਖ ਨੂੰ ਜਿਹੜਾ ਕੈਂਸਰ ਦੀ ਜਿਹੜੀ ਰੋਗ ਹੈ, ਕੈਂਸਰ ਦਾ ਰੋਗ ਹੈ। ਤੇ ਕਹਿੰਦੇ ਉਹ ਕੈਂਸਰ ਦੇ ਰੋਗ ਦੇ ਨਾਲ ਲਾਸਟ ਸਟੇਜ ਹੈ ਉਹਦੀ। ਤੇ ਕਹਿੰਦੇ ਉਹ ਮਨੁੱਖ ਕਹਿ ਰਿਹਾ ਮੈਨੂੰ ਬਚਾ ਲਓ, ਪੈਸੇ ਜਿੰਨੇ ਮਰਜ਼ੀ ਲੈ ਲਓ, ਆਹ ਬੈਗ ਛੱਡੋ, ਮੈਂ ਤੁਹਾਨੂੰ ਹੋਰ ਵੀ ਬੈਗ ਲਿਆ ਕੇ ਦੇ ਦੇਵਾਂਗਾ, ਪਰ ਮੈਨੂੰ ਕਹਿੰਦੇ ਬਚਾਉਣਾ ਕਰੋ, ਮੇਰੀ ਜਿੰਦ ਬਚਾ ਦਿਓ, ਮੈਂ ਜਿਉਣਾ ਚਾਹੁੰਦਾ। ਮਨੁੱਖ ਮਰਨ ਵਾਸਤੇ ਤਿਆਰ ਨਹੀਂ, ਮਰਨਾ ਕਿਸੇ ਨੂੰ ਕਬੂਲ ਨਹੀਂ। ਪਰ ਗੁਰੂ ਨਾਨਕ ਦੇ ਘਰ ਵਿੱਚ ਪਹਿਲਾਂ ਕਹਿ ਦਿੱਤਾ, ਪਹਿਲਾਂ ਮਰਨ ਕਬੂਲ ਜੀਵਨ ਕੀ ਸਦਾਸ। ਤਾਂ ਹੀ ਤਾਂ ਬਾਬਾ ਦੀਪ ਸਿੰਘ ਵਰਗੇ ਜਿਨ੍ਹਾਂ ਦੇ ਉੱਤੇ ਸ਼ੰਕੇ ਵੀ ਲੋਕ ਬਹੁਤ ਕਰਦੇ ਨੇ ਵੀ ਸ਼ੀਸ਼ ਕੱਟਿਆ ਗਿਆ ਤੇ ਕਿਵੇਂ ਲੜ ਸਕਦੇ ਆ, ਕਿਵੇਂ ਲੜ ਸਕਦੇ ਆ ਭਾਈ ਸ਼ੀਸ਼ ਤੋਂ ਬਿਨਾਂ? ਇੱਦਾਂ ਲੜ ਸਕਦੇ ਜਿਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਅਸੀਂ ਮੌਤ ਨੂੰ ਗਲੇ ਲਾ ਲਿਆ, ਉਹ ਮਰ ਸਕਦੇ ਆ। ਹੁਣ ਉਹ ਮਨੁੱਖ ਨੇ ਕਹਿਣਾ ਕੀਤਾ ਵੀ ਮੈਨੂੰ ਬਚਾ ਲਓ। ਡਾਕਟਰਾਂ ਦਾ ਇੱਕ ਹੀ ਜਵਾਬ ਕਿ ਇਸ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੇ, ਤੇਰੀ ਮੌਤ ਇੰਨੇ ਘੰਟਿਆਂ ਵਿੱਚ ਹੋ ਜਾਣੀ ਹੈ, ਅਸੀਂ ਨਹੀਂ ਬਚਾ ਸਕਦੇ ਤੈਨੂੰ। ਕਈ ਵਾਰ ਮਨ 'ਚ ਆਉਂਦੀ ਨਹੀਂ ਆ ਕਿ ਡਾਕਟਰ ਤਾਂ ਹੀ ਭਗਵਾਨ ਹਨ। ਠੀਕ ਹੈ, ਉੱਥੇ ਤੱਕ ਭਗਵਾਨ ਨੇ ਜਿੱਥੇ ਤੱਕ ਉਹਨਾਂ ਦਾ ਵੱਸ ਹੈ। ਉਸ ਬੰਦੇ ਵਾਸਤੇ ਭਗਵਾਨ ਨੇ ਜਿਹਦੇ ਵਾਸਤੇ ਬਚ ਗਿਆ। ਪਰ ਬਚਿਆ ਕਿਹਦੀ ਕਰਕੇ? ਉਹ ਪਰਮਾਤਮਾ ਦੇ ਜੇ ਸਵਾਸ ਰੱਖੇ ਹੋਏ ਸੀ ਤਾਂ ਬਚਿਆ। ਕਿਉਂਕਿ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਹੁਣ ਕਹਿੰਦੇ ਉਹ ਮਨੁੱਖ ਨੇ ਜਦੋਂ ਇਹ ਗੱਲ ਕਹੀ ਕਿ ਜਦੋਂ ਡਾਕਟਰਾਂ ਨੇ ਕਹਿ ਦਿੱਤਾ ਕਿ ਅਸੀਂ ਤੈਨੂੰ ਬਚਾ ਨਹੀਂ ਸਕਦੇ, ਤੇਰੀ ਮੌਤ ਪੱਕੀ ਹੈ, ਤੇ ਕਹਿੰਦੇ ਉਹ ਮਨੁੱਖ ਨੇ ਨਾ ਜਿਹੜਾ ਉਹ ਬੈਗ ਪੈਸਿਆਂ ਦਾ ਭਰਿਆ ਹੋਇਆ ਫੜਿਆ ਹੋਇਆ ਨਾ ਗੁਰਮੁਖ ਪਿਆਰਿਓ, ਉਹ ਬੈਗ ਨੂੰ ਕਹਿੰਦੇ ਇੱਦਾਂ ਭਗਾ ਕੇ ਮਾਰਿਆ ਤੇ ਜਿੰਨੇ ਪੈਸੇ ਨੇ ਉਹ ਸਾਰੇ ਕਹਿੰਦੇ ਹਸਪੀਟਲ ਦੇ ਵਿੱਚ ਖਿਲਰ ਗਏ ਨੇ। ਤੇ ਬੋਲ ਉਹਦੇ ਕੀ ਸੀ
ਕਿ ਇੰਨਾ ਪੈਸਾ ਇਕੱਠਾ ਕੀਤਾ, ਇੰਨਾ ਕੁਝ ਕੀਤਾ, ਤੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੇਕਰ ਮੈਨੂੰ ਇੱਕ ਜ਼ਿੰਦਗੀ ਦੇ ਸਵਾਸ ਨਹੀਂ ਮਿਲ ਸਕਦੇ ਤੇ ਮੈਨੂੰ ਇੰਨੇ ਪੈਸਿਆਂ ਦਾ ਫਾਇਦਾ ਕੀ ਹੈ। ਉਹ ਬੰਦੇ ਦੇ ਬੋਲ ਸੀ। ਇੰਨਾ ਕੁਝ ਇਕੱਠਾ ਕਰਨ ਦੇ ਬਾਅਦ ਇੰਨੇ ਪੈਸੇ ਮੈਂ ਤੁਹਾਨੂੰ ਦੇ ਰਿਹਾ ਸੀ, ਤੁਸੀਂ ਮੇਰੀ ਜਾਨ ਤੱਕ ਨਹੀਂ ਬਚਾ ਸਕੇ, ਤੇ ਕਹਿੰਦੇ ਇਹਨਾਂ ਪੈਸਿਆਂ ਦਾ ਮੈਂ ਕਰਨਾ ਕੀ। ਉਹ ਮਨੁੱਖ ਨੇ ਇੱਕ ਹੀ ਗੱਲ ਕਹੀ ਕਿ ਜੇ ਕੁਝ ਖੱਟਣਾ ਹੈ ਤੇ ਖੱਟਣਾ ਚਾਹੀਦੇ ਪਰਮਾਤਮਾ ਦੇ ਨਾਮ ਦੀ ਵਿਚਾਰ। ਉਹ ਮਨੁੱਖ ਦੀ ਬੋਲ ਨੇ। ਇਸੇ ਤਰ੍ਹਾਂ ਸਤਿਗੁਰ ਸਾਨੂੰ ਸਮਝਾਉਂਦੇ ਨੇ ਕਿ ਜਿਹੜੀ ਜੋਤ ਹੈ ਨਾ, ਜਿੱਦੇ ਪਰਮਾਤਮਾ ਨੇ ਆਪਣੀ ਜੋਤ ਖਿੱਚ ਲਈ ਤੇ ਉਹਦੇ ਪਰ ਕਹਿੰਦੇ ਕਰੋੜਾਂ ਹੋਣ, ਅਰਬਾਂ ਹੋਣ, ਖਰਬਾਂ ਹੋਣ, ਕਹਿੰਦੇ ਜਿੰਨਾ ਮਰਜ਼ੀ ਪੈਸਾ ਪਿਆ ਹੋਵੇ, ਉਹਦੇ ਕਹਿੰਦੇ ਚਾਹੇ ਉਸ ਜਿਹੜੇ ਪੈਸੇ ਨੇ, ਪੈਸਾ ਦਾ ਹੀ ਕਹਿੰਦੇ ਬੈੱਡ ਬਣਾ ਕੇ ਰੱਖ ਦੇਵੇ, ਕਹਿੰਦੇ ਉਹ ਬੈੱਡ ਵੀ ਕੰਮ ਨਹੀਂ ਆਉਂਦਾ, ਕਿਉਂਕਿ ਜਦੋਂ ਆਪਣੀ ਜੋਤ ਖਿੱਚਦਾ ਪਰਮਾਤਮਾ। ਮਰਨ ਨਾ ਮੂਰਤ ਪੁੱਛੀਐ, ਪੁੱਛੀ ਥਿਤ ਨਾ ਵਾਰ। ਸਤਿਗੁਰ ਕਹਿੰਦੇ ਪੁੱਛਦਾ ਨਹੀਂ ਪਰਮਾਤਮਾ ਕਿਸੇ ਨੂੰ। ਉਹ ਨਹੀਂ ਕਹਿੰਦਾ ਵੀ ਹਾਂ ਭਾਈ ਲੈ ਕੇ ਜਾਵਾਂ ਜਾਂ ਨਾ। ਉਹ ਤਾਂ ਫਿਰ ਇਹ ਗੱਲ ਕਰਦਾ ਹੈ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਆਇਆ। ਚੱਲ ਭਾਈ ਚੱਲੀਏ। ਉੱਥੇ ਫਿਰ ਇਹ ਨਹੀਂ ਹੁੰਦੀ। ਜੇ ਭਗਤ ਕਬੀਰ ਸਾਹਿਬ ਕਹਿੰਦੇ ਜੇ ਕੋਈ ਕਹੇ ਨਾ ਵੀ ਤੇਰਾ ਕੁਝ ਖਰਚ ਸਾਰ ਦਿਨਾ, ਵੀ ਜਮਦੂਤਾਂ ਨੂੰ ਕਹਿ ਦੇਵੇ ਵੀ ਪੈਸੇ ਆਦਿਕ ਲੈ ਕੇ ਵੀ ਇਹਨੂੰ ਛੱਡ ਦੇਵੋ, ਤੇ ਸਤਿਗੁਰ ਕਹਿੰਦੇ ਉਸ ਸਮੇਂ ਇਹ ਗੱਲ ਸਮਝਾਉਣਾ ਕਰਦੇ ਨੇ ਕਿ ਕਰੋ ਅਰਦਾਸ ਗਾਵ ਕਿਸ ਬਾਕੀ, ਲਿਹੋ ਨਵੇਰ ਅੱਜ ਕੀ ਰਾਤੀ। ਮੈਂ ਰੱਬ ਦਾ ਨਾਂ ਲੈਣਾ। ਕਈ ਗੁਰਮੁਖ ਪਿਆਰੇ ਕਹਿ ਦਿੰਦੇ ਨੇ ਨਾ ਵੀ ਬੁਢੇਪੇ ਵਿੱਚ ਜਾ ਕੇ ਅੰਮ੍ਰਿਤਧਾਰੀ ਹੋ ਜਾਾਂਗੇ, ਬੁਢੇਪੇ ਵਿੱਚ ਅੰਮ੍ਰਿਤ ਛਕ ਲਾਂਗੇ, ਤੇ ਫਿਰ ਉਸ ਸਮੇਂ ਇਹ ਨਹੀਂ ਪਤਾ ਵੀ ਕਿਹੜੇ ਸਮੇਂ ਮੌਤ ਨੇ ਆ ਜਾਣਾ, ਕੋਈ ਪਤਾ ਨਹੀਂ। ਕਿਉਂਕਿ ਉਸ ਸਮੇਂ ਨਹੀਂ ਸੁਣਦੇ ਗਾਵ ਕਿਸ ਬਾਕੀ, ਲਿਹੋ ਨਵੇਰ ਆਜ ਕੀ ਰਾਤੀ। ਅੱਜ ਦੀ ਰਾਤ ਮੈਂ ਪਾਠ ਕਰ ਲਾਂ, ਬਹਿ ਕੇ ਜਪਜੀ ਸਾਹਿਬ ਕਰ ਲਾਂ, ਵਾਹਿਗੁਰੂ ਵਾਹਿਗੁਰੂ ਕਰ ਲਾਂ, ਪਰ ਜਮਦੂਤਾਂ ਨੇ ਨਹੀਂ ਇਹ ਗੱਲ ਸੁਣਨੀ। ਉਸ ਸਮੇਂ ਤਾਂ ਇਹਨਾਂ ਨੇ ਕਹਿਣਾ ਵੀ ਚਲੋ ਚੱਲ ਦਰਹਾਲ ਦੀਵਾਨ ਬੁਲਾਇਆ, ਤੈਨੂੰ ਬੁਲਾਵਾ ਆਇਆ ਭਾਈ। ਉਦੋਂ ਤਾਂ ਫਿਰ ਇਹ ਹੋਣੀ ਹੈ ਕਿ ਜਿਹਾ ਚੀਰੀ ਲਿਖਿਆ ਤੀਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੀ ਉੱਠੀ ਜਾਓ। ਬੁਲਾਵਾ ਆ ਗਿਆ ਨਾ, ਪਰ ਜਾਣਾ ਪੈਣਾ। ਜੋਤ ਖਿੰਚ ਲਿੱਤ, ਤੇ ਕਹਿੰਦੇ ਉਹੀ ਜੋਤ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਦੀ ਪਸਰੀ ਹੋਈ ਹੈ। ਗੁਰਮੁਖ ਬਸਤ ਪ੍ਰਾਪਤ ਹੋਵੇ, ਸੁਣ ਲੈ ਮਾਨਕ ਮੋਤੀ। ਤੇ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਦੀ ਵਸਤੂ ਪ੍ਰਾਪਤ ਹੋ ਗਈ ਹੈ, ਨਾਮ ਪ੍ਰਾਪਤ ਹੋ ਗਿਆ। ਕਿਉਂਕਿ ਨਾਮ ਦੀ ਗੱਲ ਕਰਦੇ ਆ ਨਾ, ਨਾਮ ਤੇ ਨਾਮਦਾਨ, ਤੇ ਕਹਿੰਦੇ ਉਸ ਸਮੇਂ ਫਿਰ ਸਾਡੇ ਮਨਾਂ ਦੇ ਵਿੱਚ ਨਾ ਪਖੰਡੀਆਂ ਦੀ ਗੱਲਾਂ ਬਹੁਤ ਆ ਜਾਂਦੀਆਂ। ਫਲਾਨੇ ਬਾਬੇ ਨੇ ਨਾਮ ਦਿੱਤਾ ਜੀ, ਫਲਾਨਾ ਬਾਬਾ ਇੱਦਾਂ ਨਾਮ ਦਿੰਦਾ, ਉਹ ਇੱਦਾਂ ਕਹਿੰਦਾ। ਤੇ ਇੱਕ ਵਾਰ ਨਾ ਮੈਂ ਕਿਸੇ ਪਖੰਡੀ ਸਾਧੂ ਦੀ ਗੱਲ ਕਰਾਂ, ਤੇ ਨਾਮ ਨਾ ਲਈਏ ਤਾਂ ਠੀਕ ਹੈ। ਕਹਿੰਦੇ ਉਸ ਪਖੰਡੀ ਸਾਧੂ ਦੇ ਕਹਿੰਦੇ ਕਿਸੇ ਚੇਲੇ ਨੂੰ ਪੁੱਛਿਆ, ਏਕੇ ਵਾਲੇ ਕਹਿ ਦਈਏ, ਆਪ ਤਾਂ ਸਮਝ ਗਏ ਹੋਵੋਗੇ, ਏਕੇ ਵਾਲੇ ਜਿਹੜੇ ਸਿੱਧੇ ਜਿਹੇ ਸ਼ਬਦਾਂ 'ਚ ਕਹੀਏ, ਜਿਨ੍ਹਾਂ ਦੇ ਏਕਾ ਪਾਇਆ ਹੁੰਦਾ ਨਾ, ਉਹ ਲੋਕ। ਉਹ ਤੋਂ ਪੁੱਛਿਆ ਗਿਆ, ਮੈਂ ਕਿਹਾ ਬਈ ਸਿੱਧੇ ਜਿਹੇ ਸ਼ਬਦਾਂ 'ਚ ਪੁੱਛਿਆ ਮੈਂ, ਵੀਰੇ ਤੁਹਾਡਾ ਜਿਹੜਾ ਨਾਮ ਲੈਂਦੇ ਹੋ ਕੀ ਹੈਗਾ ਇਹ? ਉਹ ਕਹਿੰਦਾ ਦੱਸਣਾ ਨਹੀਂ ਹੈਗਾ। ਤੇ ਮੈਂ ਕਿਹਾ ਥੋੜ੍ਹਾ ਜਿਹਾ ਹਿੰਟ ਦੇ ਦੇ, ਚੱਲ ਕੋਈ ਨਾ, ਮਾੜਾ ਮੋਟਾ ਜਿਹਾ ਦੱਸ ਦੇ ਚੱਲ। ਉਹ ਕਹਿੰਦਾ ਵੀ ਨਹੀਂ ਦੱਸਣਾ ਨਹੀਂ। ਕਹਿੰਦਾ ਫਿਰ ਉਹਨੇ ਕੀ ਕੀਤਾ, ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਜਾਂਦਾ, ਕੁਝ ਸ਼ਬਦ ਕਿਸੇ ਕੁਰਾਨ ਚੋਂ ਲਏ ਜਾਂਦੇ ਨੇ, ਕੁਝ ਕਿਸੇ ਚੋਂ ਲਏ ਜਾਂਦੇ ਨੇ, ਇੱਦਾਂ ਕਰਕੇ ਕਹਿੰਦਾ ਸਾਰਿਆਂ ਚੋਂ ਲੈ ਕੇ ਦਿੱਤੇ ਜਾਂਦੇ ਨੇ। ਉਹ ਸਾਰੇ ਪਾਸੇ ਵਾਲੇ ਸੀ ਉਹ ਕਹਿੰਦੇ ਇੱਕ ਓਂਕਾਰ ਲੈਂਦੇ ਨੇ, ਸਤਨਾਮ, ਫਿਰ ਇਹਦੋਂ ਬਾਅਦ ਰਹੀਮ, ਫਿਰ ਇਹਦੇ ਵਿੱਚ ਰਾਮ, ਇੱਦਾਂ ਕਰਕੇ ਕਹਿੰਦੇ 3-4 ਨਾਮਾਂ ਨੂੰ ਜੋੜ ਕੇ ਨਾ ਫਿਰ ਇੱਦਾਂ ਦਿੰਦੇ ਨੇ। ਹੁਣ ਮੈਂ ਇੱਥੇ ਗੱਲ ਇਹ ਵੀ ਸਪਸ਼ਟ ਕਰ ਦੇਵਾਂ ਵੀ ਸਾਡੇ ਨਾ ਜੇ ਕਦੇ ਡਾਕਟਰ ਕੋਲੇ ਜਾਂਦੇ ਆ, ਜਿਨ੍ਹਾਂ ਨੂੰ ਸ਼ੂਗਰ ਹੈ, ਮੰਨ ਲਓ 2 ਮਿੰਟਾਂ ਲਈ ਇਹ ਵੀ ਗੱਲ ਸਮਝ ਲਈਏ, ਜਿਨ੍ਹਾਂ ਬੰਦਿਆਂ ਨੂੰ ਸ਼ੂਗਰ ਹੋਵੇ, ਉਹ ਬੰਦੇ ਨੂੰ ਜੇਕਰ ਕਿਸੇ ਦੇ ਜ਼ਖਮ ਹੋ ਗਿਆ ਸਰੀਰ ਦੇ ਉੱਤੇ, ਤੇ ਕਹਿੰਦੇ ਜੇਕਰ ਉਂਗਲ ਤੇ ਜ਼ਖਮ ਹੈ, ਡਾਕਟਰ ਨੇ ਕਹਿੰਦਾ ਵੀ ਉਂਗਲ ਵੱਢਣੀ ਪਊਗੀ, ਤੇ ਘਰੇ ਆ ਕੇ 100 ਵਾਰੀ ਸੋਚਦੇ ਆ, ਹਾਏ ਮੇਰੀ ਉਂਗਲ ਵੱਢ ਜੇ ਵੀ, ਮੈਂ ਤਾਂ ਉਂਗਲ ਨਾਲ ਆਹ ਕੰਮ ਕਰਦਾ ਸੀ, ਆਹ ਕਰਦਾ ਸੀ।
ਫਿਰ ਕਹਿੰਦੇ ਥੋੜ੍ਹੇ ਟਾਈਮ ਬਾਅਦ ਆਏ ਉਹੀ ਹੱਥ ਨੂੰ ਕੱਟਣਾ ਪਵੇ, ਫਿਰ ਬਾਂਹ ਕੱਟੀ ਜਾਵੇ, ਇੱਥੋਂ ਤੱਕ ਕੱਟੀ ਜਾਵੇ ਨਾ ਕਦੋਂ। ਤੇ ਕਹਿੰਦੇ ਜਦੋਂ ਕੱਲਾ ਕੱਲਾ ਅੰਗ ਕੱਟਿਆ ਜਾਂਦਾ ਹੈ ਤੇ ਗੁਰਮੁਖ ਪਿਆਰਿਓ, ਫਿਰ ਕਹਿੰਦੇ ਇੱਕ ਸੂਈ ਦਾ ਵੀ ਜਦੋਂ ਸਾਨੂੰ ਦੁੱਖ ਹੁੰਦਾ ਹੈ ਤੇ ਅੰਗ ਕੱਟੇ ਜਾਂਦੇ ਨੇ, ਤੇ ਪਰ ਕਿੰਨਾ ਸਾਨੂੰ ਦੁੱਖ ਲੱਗਦਾ ਉਸ ਸਮੇਂ ਜਦੋਂ ਉਹ ਆਰੀ ਦੇ ਨਾਲ ਜਾਂ ਕਦੀ ਵੀ ਕਿਸੇ ਮਸ਼ੀਨ ਦੇ ਨਾਲ ਸਾਡਾ ਅੰਗ ਕੱਟਦੇ ਨੇ। ਤੇ ਫਿਰ ਗੁਰਮੁਖ ਪਿਆਰਿਓ ਸਾਨੂੰ ਇੱਦਾਂ ਲੱਗਦਾ ਵੀ ਸਾਡੀ ਜਾਨ ਤੱਕ ਨਿਕਲ ਜਾਵੇਗੀ ਹੁਣ। ਤੇ ਇਹਨਾਂ ਪਖੰਡੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੋਗਨ ਰਾਮ ਖਲਾਉਣਾ ਜਾਨਾ। ਇਹਨਾਂ ਪਖੰਡੀਆਂ ਨੇ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਖਲਾਉਣਾ ਜਾਣਿਆ, ਇਹ ਧਰਮ ਦੇ ਗ੍ਰੰਥਾਂ ਨੂੰ ਖਲਾਉਣਾ ਜਾਣਿਆ ਇਹਨਾਂ ਨੇ। ਤੇ ਇਹਨਾਂ ਨੇ ਕੀ ਕੀਤਾ, ਕਿਤੋਂ ਇੱਕ ਓਂਕਾਰ ਕੱਢ ਲਿਆ, ਕਿਤੋਂ ਰਾਮ ਕੱਢ ਲਿਆ, ਕਿਤੋਂ ਰਹੀਮ ਕੱਢ ਲਿਆ। ਤੇ ਕਹਿੰਦੇ ਧਰਮ ਦੇ ਅੰਗਾਂ ਨੂੰ ਤੋੜ ਤੋੜ ਕੇ ਨਾ, ਵੱਢ ਵੱਢ ਕੇ ਕਹਿੰਦੇ ਇਹ ਕਹਿੰਦੇ ਲੋਕਾਂ ਨੂੰ ਨਾਮ ਦੇਣ ਦੀਆਂ ਕਹਿੰਦੇ ਇਹ ਪਖੰਡ ਤੋਰਿਆ ਹੋਇਆ ਇਹਨਾਂ ਨੇ, ਇਹਨਾਂ ਲੋਕਾਂ ਨੇ। ਤੇ ਇੱਕ ਹੋਰ ਦੱਸ ਦੇਵਾਂ ਨਾਲ ਗੱਲ, ਇਹਨਾਂ ਲੋਕਾਂ ਦੇ ਜਿਹੜੇ ਏਕੇ ਨੇ ਨਾ, ਉਹ ਏਕੇ ਐਵੇਂ ਨਹੀਂ ਰੱਖੇ ਗਏ। ਉਹ ਵੀ ਗੱਲ ਦੱਸ ਦੇਵਾਂ ਨਾਲ, ਜਿਵੇਂ 1 ਤੋਂ ਲੈ ਕੇ ਕਰੋੜਾਂ ਤੱਕ ਇਹਨਾਂ ਏਕਿਆਂ ਦੇ ਉੱਤੇ ਨੰਬਰ ਲੱਗੇ ਹੋਏ ਨੇ। ਕਦੇ ਨਾ ਜਿਹਦੇ ਪਾਇਆ ਹੋਊਗਾ ਪਿਆਰ ਜੀ ਦੇ ਨਾਲ ਉਹਨੂੰ ਕਹਿ ਕੇ ਦੇਖਿਓ ਵੀ ਆਹ ਪਿੱਛੋਂ ਵੀਰ ਦਿਖਾਈਏ ਕਾਏ, ਜਿਹੜਾ ਮੂਹਰਲੇ ਪਾਸੇ ਤਾਂ 3-4 ਜਣਿਆਂ ਦੀ ਫੋਟੋ ਹੈ, ਪਿਛਲੇ ਪਾਸੇ ਉਸ ਏਕੇ ਦੇ ਕਹਿੰਦੇ ਨੰਬਰ ਲੱਗੇ ਹੋਏ ਨੇ। ਗੁਰਮੁਖ ਪਿਆਰਿਓ ਵੀ ਇੰਨੇ ਭਗਤ ਹੋ ਗਏ ਨੇ ਸਾਡੇ, ਇੰਨੇ ਸਾਡੇ ਅੰਨੇ ਭਗਤ ਹੋ ਗਏ ਨੇ। ਮੇਰੇ ਕਹਿਣ ਦਾ ਭਾਵ ਕੀ ਹੈ, ਉਹ ਸਾਡੇ ਏਕੇ ਦਾ ਵੀ ਨੰਬਰ ਲਿਖ ਕੇ ਕਹਿੰਦੇ ਉਹਨਾਂ ਦੇ ਵਿੱਚੋਂ ਵੀ ਸਾਡੇ ਵਿੱਚੋਂ ਪੈਸੇ ਬਣਾਈ ਜਾ ਰਹੇ ਨੇ। ਤੇ ਕਹਿੰਦੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਮੁਕਤ ਦੇ ਵਿੱਚ ਸਾਨੂੰ ਸਾਰਾ ਕੁਝ, ਜਿਹੜਾ ਪ੍ਰਮਾਤਮਾ ਸਾਨੂੰ ਸਾਰਾ ਕੁਝ ਦੇ ਦਿਆ, ਉਹਦਾ ਕਦੇ ਸ਼ੁਕਰਾਨਾ ਤੱਕ ਨਹੀਂ ਕਰਦਾ। ਅਸੀਂ ਪਖੰਡੀਆਂ ਕੋਲੇ ਜਾ ਕੇ ਕਹਿੰਦੇ ਪੈਸੇ ਦੇ ਕੇ ਸਭ ਕੁਝ ਲੈਂਦੇ ਹਾਂ, ਖਰੀਦਦੇ ਹਾਂ, ਨਾਮ ਵੀ ਪੈਸਿਆਂ ਦਾ ਲੈਂਦੇ ਹਾਂ। ਤੇ ਕਹਿੰਦੇ ਜੇਕਰ ਹੁਣ ਅੱਜ ਦੇ ਸਮੇਂ 'ਚ ਬਾਜ਼ਾਰ ਵਿੱਚ ਨਾ ਜਿਹੜੀ ਸਬਜ਼ੀ ਹੈ, ਇਹ ਸਬਜ਼ੀ ਦਾ ਰੇਟ 50-60 ਰੁਪਏ ਕਿਲੋ, ਜਾ ਕੇ ਦੀ ਇਹ ਵੀ ਵੱਧ ਤੋਂ ਵੱਧ 80 ਰੁਪਏ 100 ਰੁਪਈਆ ਹੋਊ। ਮੈਂ ਕਿਸੇ ਸਮੇਂ ਸੁਣਿਆ ਸੀ ਜਦੋਂ ਉਹ ਸਾਧ ਦੀ ਚੱਲਦੀ ਸੀ, ਜਿਹੜੀ ਹੁਕੂਮਤ ਚੱਲਦੀ ਸੀ ਨਾ ਉਹਦੀ, ਉਸ ਸਮੇਂ ਮੈਂ ਇੱਕ ਕਹਿੰਦੇ ਸਬਜ਼ੀ ਕੱਦੂ ਸੀ ਜੀ, ਉਹ ਕੱਦੂ ਦੀ ਜਿਹੜੀ ਕੀਮਤ ਸੀ ਨਾ, ਅਸੀਂ ਜਿਹੜੇ ਕਹਿੰਦੇ ਘਰਾਂ ਦੇ ਵਿੱਚ ਲਾਏ ਹੁੰਦੇ ਜਾਂ ਬਾਜ਼ਾਰ ਤੋਂ ਵੀ ਲੈਣ ਜਾਈਏ ਤਾਂ 100 ਰੁਪਏ, ਵੱਧ ਤੋਂ ਵੱਧ 200 ਰੁਪਏ ਲਾ ਲਓ ਜੀ, ਹੱਦ ਲਾ ਲਓ ਇਹ ਕੱਦੂ ਦੀ ਕੀਮਤ। ਤੇ ਉਸ ਸਮੇਂ ਕਹਿੰਦੇ 2000, 5000, 7000 ਕਹਿੰਦੇ ਇਹ ਇੱਕ ਇੱਕ ਕੱਦੂ ਦੀ ਜਿਹਦੇ ਹੱਥ ਉਹਨੇ ਉਹ ਪਖੰਡੀ ਨੇ ਲਾਤੇ ਸੀ ਨਾ, ਉਹ ਹੱਥ ਲਾਉਣ ਦੇ ਨਾਲ ਹੀ ਉਹਦੀ ਕੀਮਤ ਵਧਾ ਦਿੱਤੀ ਨੇ। ਕਿਹਨੇ ਵਧਾਈ ਜੀ? ਅਸੀਂ ਵਧਾਈ, ਲੋਕਾਂ ਨੇ, ਜਿਨ੍ਹਾਂ ਨੂੰ ਸਾਨੂੰ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਸਾਨੂੰ ਕਿਹੜੀ ਕੋਈ ਘਟ ਘਟ ਮੈਂ ਜੋ ਹਰ ਵਸੈ ਸੰਤਨ ਕਿਉਂ ਪੁਕਾਰ, ਉਹ ਘਟਾਂ ਵਿੱਚ ਵਰਤਣ ਵਾਲਾ ਮਾਲਕ ਇਹਦੇ ਵਿੱਚ ਵੀ ਰਹਿੰਦਾ, ਇਹ ਵੀ ਉਸੇ ਤਰ੍ਹਾਂ ਦਾ ਹੀ ਹੈ ਜਿਹੜਾ ਆਮ ਲੋਕਾਂ ਕੋਲੋਂ ਮਿਲਦਾ। ਹੁਣ ਕਹਿਣ ਦਾ ਭਾਵ ਕੀ ਹੈ, ਪਰਮਾਤਮਾ ਦੇ ਨਾਮ ਨੂੰ ਕਹਿੰਦੇ ਇਹਨਾਂ ਪਖੰਡੀਆਂ ਨੇ ਆਪਣੇ ਕਾਰੋਬਾਰ ਵਾਸਤੇ ਤਿਆਰ ਕਰ ਲਿਆ। ਤੇ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਲੋਕਾਂ ਦੇ ਮਨਾਂ 'ਚੋਂ ਵਿਸਾਰ ਦਿੱਤਾ। ਤੇ ਅਤੇ ਕਹਿੰਦੇ ਨੇ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਾਂ, ਅਜੇ ਕਹਿੰਦੇ ਅਸੀਂ ਤਾਂ ਕੁਰਾਨ ਨਾਲ ਜੋੜਦੇ ਹਾਂ ਜੀ, ਅਸੀਂ ਕਹਿੰਦੇ ਪੁਰਾਣ ਨਾਲ, ਗੀਤਾ ਨਾਲ, ਅਸੀਂ ਕਹਿੰਦੇ ਬਾਈਬਲ ਨਾਲ ਜੋੜਦੇ ਹਾਂ। ਇਹ ਧਰਮ ਦੇ ਗ੍ਰੰਥਾਂ ਨਾਲ ਕਹੀ ਜਾਂਦੇ ਜੋੜਦੇ ਹਾਂ, ਪਰ ਜੋੜਦੇ ਤਾਂ ਆਪਦੇ ਪੈਰਾਂ ਨੇ ਨਾਲ ਨੇ, ਆਪਦੇ ਪੈਰਾਂ ਨਹੀਂ ਜੋੜਦੇ ਨੇ ਨਾ ਜੀ। ਜਿਹੜੇ ਜਿਹੜੇ ਜਾਂਦੇ ਨੇ ਨਾ ਲੋਕ, ਉਹਨਾਂ ਲੋਕਾਂ ਨੂੰ ਥੋੜ੍ਹਾ ਜਿਹਾ ਪੁੱਛ ਕੇ ਵੇਖ ਲਓ ਵੀ ਬਾਬੇ ਨੇ ਕਿੰਨੇ ਕੁ ਅੱਜ ਤੱਕ ਕੁਛ ਦੇ ਦਿੱਤਾ। ਤੇ ਫਿਰ ਕਹਿੰਦੇ ਦੱਸਣਗੇ ਵੀ ਇੰਨੇ ਕਿਲੋ ਕੱਦੂ ਦੇ ਦਿੱਤੇ, ਇੰਨੇ ਕਿਲੋ ਆਹ ਦੇ ਦਿੱਤਾ। ਮੈਨੂੰ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਇਹ, ਤੇ ਪਰ ਇੱਕ ਗੱਲ ਜ਼ਰੂਰ ਹੈ, ਲੋਕਾਂ ਨੇ ਸਾਨੂੰ ਇਹ ਸਬਜ਼ੀਆਂ ਪਿੱਛੇ ਵੇਚ ਦਿੱਤਾ। ਜਿਹੜੀ ਸਾਡੇ ਘਰਾਂ ਦੇ ਕੋਲ ਸੀ, ਸਾਡੀ ਸਾਰਾ ਕੁਝ ਸਾਡੇ ਕੋਲ ਸੀ, ਉਹਨਾਂ ਪਿੱਛੇ ਅਸੀਂ ਗੁਰੂ ਤੋਂ ਟੁੱਟੇ ਜਾ ਰਹੇ ਹਾਂ। ਇਹ ਨਾਮ ਸਾਨੂੰ ਮਿਲਣਾ ਸੀ ਗੁਰੂ ਦੇ ਕੋਲੋਂ ਮੁਕਤ ਦੇ ਵਿੱਚ ਮੁੱਲ ਰਿਹਾ। ਦੇਖੋ ਜਨਮ ਮਿਲਿਆ ਸਾਨੂੰ ਮੁਕਤ ਦੇ ਵਿੱਚ, ਉਹਦਾ ਕੋਈ ਸ਼ੁਕਰਾਨਾ ਨਹੀਂ ਕੀਤਾ। ਸਵਾਸ ਮਿਲੇ ਮੁਕਤ ਦੇ ਵਿੱਚ, ਉਹ ਕਦੇ ਸ਼ੁਕਰਾਨਾ ਨਹੀਂ ਕੀਤਾ। ਹਾਂ, ਬਾਬੇ ਦੇ ਕੋਲੇ ਜਾ ਕੇ ਕਦੇ ਮਾੜੀ ਜਿਹੀ ਕੋਈ ਠੀਕ ਹੋ ਜਾਈਏ ਨਾ, ਕਹਿੰਦੀ ਵੀ ਬੁਖਾਰ ਹੀ ਠੀਕ ਹੋ ਜੇ, ਤੇ ਬਾਬੇ ਦੇ ਕੋਲੇ 10 ਕਿਲੋ ਸੇਬ ਨਾਲ ਦੀ ਨਾਲ ਲੈ ਜਾਂਦੇ ਆ। ਦੁਨਿਆਵੀ ਤੌਰ 'ਤੇ ਗੱਲਾਂ ਨੇ ਜੀ, ਪਰਮਾਤਮਾ ਤਾਂ ਅਸੀਂ ਦਿੰਦੇ ਕੱਖ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਜਾਂ ਕਦੇ ਕਿਸੇ ਧਰਮ ਥਾਂ ਦੇ ਉੱਤੇ ਜਾ ਕੇ ਤਾਂ ਅਸੀਂ ਰੁਪਈਆ 2 ਰੁਪਈਏ ਮੱਥਾ ਟੇਕ ਕੇ
ਕਹਿੰਦੇ ਅਰਦਾਸਾਂ 100 ਕਰ ਦਿੰਦੇ ਆ। ਸੇਵਾ ਥੋੜ੍ਹੀ ਮੰਗਣ ਬਹੁਤਾ, ਬਾਹਲਾ ਜ਼ਿਆਦਾ ਹੈ। ਇਸ ਕਰਕੇ ਪਰਮਾਤਮਾ ਦਾ ਨਾਮ ਜਿਹੜਾ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਕਹਿੰਦੇ ਉਹ ਕਿੱਥੋਂ ਹੁੰਦਾ? ਸਤਿਗੁਰ ਕਹਿੰਦੇ ਕਿ ਉਹ ਹਰੀ ਦੇ ਗੁਣ ਵਡਿਆਈਆਂ ਮਾਨਕ ਮੋਤੀ ਨੇ। ਇਹ ਨਾਮ ਨਹੀਂ ਜਿਹੜੇ ਪਖੰਡੀ ਦਿੰਦੇ ਨੇ, ਤੋੜ ਤੋੜ ਕੇ ਬਾਹਾਂ ਦੇ ਦਿੱਤੀਆਂ ਜਾਂ ਕਹਿੰਦੇ ਲੱਤਾਂ ਤੋੜ ਕੇ ਦੇ ਦਿੱਤੀ, ਇਹ ਨਹੀਂ। ਬਾਣੀ ਦੀ ਤਾਂ ਕਹਿੰਦੇ ਸਾਰੀ ਬਾਣੀ ਸਾਨੂੰ ਪੜ੍ਹਾਉਣ ਵਾਸਤੇ ਕੀ ਹੈ? ਸਾਨੂੰ ਕਿ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਬਾਣੀ ਨੂੰ ਪੜ੍ਹ ਤੇ ਤੇਰਾ ਫੇਰ ਪਾਰ ਉਤਾਰਾ ਹੋਵੇਗਾ। ਇਹ ਨਹੀਂ ਕਿਹਾ ਵੀ ਇੱਕ ਬਾਣੀ ਪੜ੍ਹ ਲਈ। ਇੱਕ ਬਾਣੀ ਤੋਂ ਸ਼ੁਰੂਆਤ ਕਰ, ਸ਼ੁਰੂ ਇੱਕ ਤੋਂ ਕਰ, ਤੇ ਕਹਿੰਦੇ ਇੱਕ ਦਿਨ 18, 20 ਤੱਕ ਪਹੁੰਚ ਜਾਏਗਾ। ਇਸ ਕਰਕੇ ਕਹਿੰਦੇ ਮਾਨਕ ਮੋਤੀ ਤੇ ਮਿਲਦੇ ਕਿੱਥੋਂ ਨੇ? ਮੱਤ ਵਿੱਚ ਰਤਨ ਜਵਾਹਰ ਮਾਨਕ ਸਾਡੀ ਮੱਤ ਵਿੱਚ ਪਏ ਨੇ। ਜਿਹੜੀ ਮੱਤ ਅਸੀਂ ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਸਿੱਟੀ ਬੈਠੇ ਆ ਨਾ, ਉਹ ਮੱਤ ਨੂੰ ਕਦੇ ਗੁਰੂ ਨੂੰ ਅਰਪਣ ਕਰ ਦਈਏ ਕਿ ਕਹਿ ਦਈਏ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਪਰ ਨਾਲ। ਜਿਨ੍ਹਾਂ ਨੇ ਅੰਤਰ ਆਤਮ ਚੋਂ ਭਿੱਜ ਕੇ ਗੁਰੂ ਨੂੰ ਜਾਣ ਲਿਆ ਤੇ ਕਹਿੰਦੇ ਉਹ ਪੂਰੇ ਹੋ ਜਾਂਦੇ ਨੇ। ਤੇ ਕਹਿੰਦੇ ਇਹ ਪ੍ਰਾਪਤ ਹੁੰਦੀ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ। ਮਾਨਕ ਮੋਤੀ ਨਾਮ ਪ੍ਰਭੂ ਦਾ, ਪਰਮਾਤਮਾ ਦੀ ਵਿਚਾਰ ਕਹਿੰਦੇ ਮਿਲਦੀ ਹੈ ਕਿਸੇ ਪੂਰਨ ਗੁਰਸਿੱਖ ਤੋਂ ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ ਹੈ। ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ। ਤੇ ਕਹਿੰਦੇ ਪਰ ਇਹ ਗੱਲ ਇੰਨੀ ਵੀ ਆਸਾਨ ਤੱਕ ਨਹੀਂ ਹੈ ਵੀ ਇੱਕਦਮ ਜੇ ਮਿਲ ਜੇ ਨਾ ਕਿ ਵੀ ਕਹਿੰਦੇ ਨੇ ਵੀ ਅੱਜ ਮੈਂ ਨਿਤਨੇਮ ਕੀਤਾ ਤੇ ਮੈਨੂੰ ਕੱਲ੍ਹ ਨੂੰ ਪਰਮਾਤਮਾ ਕੁਝ ਦੇ ਦਿੱਤੀ। ਦੁਨੀਆ ਦੀ ਚੀਜ਼ਾਂ ਦਿੰਦਾ ਹੈ। ਦੇਖੋ ਇੱਕ ਵਾਰੀ ਨਿਤਨੇਮ ਕੀਤਾ ਨਾ, ਇੱਦਾਂ ਹੈ ਕਿ ਸਾਨੂੰ ਕਈ ਵਾਰ ਮਨ ਦੇ ਵਿੱਚ ਹੈ ਵੀ ਫਲਾਨੀ ਚੀਜ਼ ਮੈਨੂੰ ਮਿਲ ਜਾਏ ਤੇ ਮਿਲ ਜਾਂਦੀ ਹੈ। ਇਹ ਨਹੀਂ ਗੱਲ ਨਹੀਂ ਮਿਲਦੀ। ਦੁਨੀਆ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਦੁਨੀਆ ਦੀਆਂ ਚੀਜ਼ਾਂ ਦਾ ਜੇ ਗੁਰੂ ਅੱਗੇ ਚੰਗੀ ਤਰ੍ਹਾਂ ਜੁੜ ਕੇ ਅਰਦਾਸ ਕਰ ਦਈਏ, ਅਸੀਂ ਕਹਿ ਦਈਏ ਵੀ ਕਈ ਵਾਰ ਮਨ 'ਚ ਆਉਂਦੇ ਵੀ ਗ੍ਰੰਥੀ ਸਿੰਘ ਤੋਂ ਅਰਦਾਸ ਕਰਾਉਣੀ ਹੈ ਜਾਂ ਕਿਸੇ ਤੋਂ ਅਰਦਾਸ ਕਰਾਉਣੀ ਹੈ। ਮੈਂ ਇੱਕ ਹੋਰ ਗੱਲ ਵੀ ਕਹਿ ਦੇਵਾਂ ਕਿ ਜੇ ਇੱਕ ਵਾਰੀ ਜੁੜ ਕੇ ਆਪ ਕਹਿ ਦਿੰਦਾ ਬਾਪੂ ਆ ਮੈਨੂੰ ਆਹ ਕੁਝ ਚਾਹੀਦਾ, ਕਿਉਂਕਿ ਜੇ ਬੱਚਾ ਨਾ ਆਪਣੇ ਪਿਤਾ ਦੇ ਕੋਲੋਂ ਜਾ ਕੇ ਜੇਬ 'ਚੋਂ ਵੀ ਕੱਢ ਲੈਂਦਾ ਤਾਂ ਵੀ ਦੇ ਦਿੰਦਾ। ਜੇ ਪਿਤਾ ਦੇ ਕੋਲੋਂ ਜਾ ਕੇ ਕੋਈ ਬੱਚਾ ਆਪਣੇ ਪਿਤਾ ਦੇ ਕੋਲੋਂ ਕੁਝ ਮੰਗੇ ਉਹ ਜਵਾਬ ਨਹੀਂ ਦਿੰਦਾ। ਇਸ ਕਰਕੇ ਪਿਤਾ ਮੰਨ ਕੇ ਅਸੀਂ ਗੁਰੂ ਨੂੰ ਇਹ ਨਹੀਂ ਇਕੱਲਾ ਪਰਮਾਤਮਾ ਕਹਿ ਕੇ ਕਿ ਦੂਰ ਭੱਜੀ ਜਾਈਏ। ਪਰਮਾਤਮਾ ਇੱਦਾਂ, ਪਰਮਾਤਮਾ ਪਿਓ ਸਮਝ ਕੇ, ਆਪਣਾ ਪਿਓ ਪਿਤਾ ਸਮਝ ਕੇ ਕਹੀਏ ਵੀ ਮਾਲਕ ਜੀ ਆਹ ਕੁਝ ਚਾਹੀਦਾ, ਆਹ ਦੇ ਦੀ ਮਹਾਰਾਜ। ਤੇ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਗੁਰਮੁਖ ਪਿਆਰਿਓ, ਆਪਦੀ ਗੱਲ ਦੱਸੀ, ਜਿੰਨੀ ਵਾਰੀ ਗੁਰੂ ਅੱਗੇ ਅਰਦਾਸ ਕੀਤੀ ਹੈ ਨਾ ਤੇ ਐਨ ਟਾਈਮ ਦੇ ਉੱਤੇ ਵੀ ਕਹਿ ਦਈਏ ਤੇ ਗੁਰੂ ਨੇ ਸਾਡਾ ਪ੍ਰਬੰਧ ਕੀਤਾ। ਅਸੀਂ ਇਹ ਨਹੀਂ ਕਹਿੰਦੇ, ਕਿਉਂਕਿ ਲੋਕਾਂ ਕੋਲੋਂ ਮੰਗਣਾ ਸਾਡਾ ਕੋਈ ਵਰਦਾ ਨਹੀਂ, ਕਿਉਂਕਿ ਪਰਮਾਤਮਾ ਤੋਂ ਮੰਗਾਂਗੇ ਤੇ ਸਭ ਕੁਝ ਮਿਲਦਾ ਹੈ। ਪਰਮਾਤਮਾ ਦੇਣ ਵਾਲਾ ਦੱਦਾ ਦਾਤਾ ਏ ਕਿ ਸਭ ਕੋ ਦੇਵਨਾਰ, ਜਿਹੜਾ ਸਾਰਿਆਂ ਨੂੰ ਦੇ ਰਿਹਾ ਸਾਨੂੰ ਵੀ ਦੇਣ ਵਾਲਾ। ਇਸ ਕਰਕੇ ਨਾਮ ਨੂੰ ਨਿਰਾ ਉਚਾਰਨ ਨਾ ਸਮਝੀਏ ਇਕੱਲਾ। ਕਈ ਲੋਕ ਕਹਿੰਦੇ ਵੀ ਬੋਲੀ ਜਾਂਦੇ ਨੇ ਜੀ, ਨਿਰਾ ਬੋਲੀ ਦੇ ਨਾਲ ਹੀ, ਬੋਲਣ ਨਾਲ ਨਹੀਂ। ਅੰਦਰ ਆਤਮੇ ਦੇ ਵਿੱਚ ਵਸਾ ਇਹਨੂੰ। ਅੰਤਰ ਆਤਮੇ ਦੇ ਵਿੱਚ ਇਹਨੂੰ ਵਸਾ ਲਏਗਾ ਨਾ ਤੇ ਅੰਤਰ ਆਤਮੇ ਵਿੱਚ ਵਸਾ ਕੇ ਕਹਿੰਦੇ ਫਿਰ ਉਹ ਅੰਦਰ ਜਦੋਂ ਨਾਮ ਟਿਕ ਗਿਆ ਤੇ ਨਾਮ ਅੰਦਰ ਟਿਕਣ ਦੇ ਨਾਲ ਕਹਿੰਦੇ ਇਹਦੀ ਇੱਦਾਂ ਦੀ ਸੋਝੀ ਮਿਲ ਜਾਵੇਗੀ ਤੇ ਪਰਮਾਤਮਾ ਦਾ ਨਾਮ ਨੂੰ ਜਦੋਂ ਸਾਧਕ ਬਣ ਕੇ ਇਹਨੂੰ ਉਹ ਕਮਾਈ ਕਰੇਗਾ ਤੇ ਜਦੋਂ ਕਮਾਈ ਹੋ ਜਾਂਦੀ ਹੈ ਕਿਸੇ ਕੰਮ ਦੀ ਜਾਂ ਕਿਸੇ ਤਰ੍ਹਾਂ ਵੀ ਕਮਾਈ ਕਰ ਲੈਂਦੇ ਉਹ ਕਮਾਈ ਸਾਡੇ ਕੰਮ ਆਉਂਦੀ ਹੈ ਤੇ ਪਰਮਾਤਮਾ ਦੇ ਨਾਮ ਦੀ ਕਮਾਈ ਸਾਡੇ ਅਖੀਰ ਵਿੱਚ ਕੰਮ ਆਉਣੀ ਹੈ। ਤੇ ਕਈ ਵਾਰ ਲੋਕ ਕਹਿ ਦਿੰਦੇ ਵੀ ਸਿਰਫ ਤੇ ਸਿਰਫ ਉਚਾਰਨ ਦੇ ਨਾਲ, ਇਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਉਚਾਰਨ ਦੇ ਨਾਲ ਮਿਲ ਜਾਵੇਗਾ ਤੇ ਇਹ ਵੀ ਨਹੀਂ ਕਹਿ ਸਕਦੇ ਵੀ ਉਚਾਰਨ ਦੇ ਨਾਲ ਨਹੀਂ ਮਿਲੇਗਾ। ਕੰਮ ਕਹਿਣ ਦਾ ਭਾਵ ਕਿ ਗਿਆਨੈ ਫਲ ਕਾਰਨ ਫੂਲੀ ਬਨਰਾਏ, ਫਲ ਲਾਗਾ ਤਬ ਫੂਲ ਬੁਲਾਏ, ਗਿਆਨੈ ਕਾਰਨ ਕਰਤ ਅਭਿਆਸ, ਗਿਆਨ ਭਇਆ ਤੇ ਕਰਮੈ ਨਾਸ਼। ਪਹਿਲਾਂ ਦਿਨ ਜਿਹਨੇ ਜਪਜੀ ਸਾਹਿਬ ਪੜ੍ਹਨਾ ਨਾ ਉਹਨੂੰ ਗੁਟਕੇ ਤੋਂ ਪੜ੍ਹਨਾ ਪਵੇਗਾ ਤੇ ਜਿਸ ਦਿਨ ਜਪਜੀ ਸਾਹਿਬ ਜਵਾਨੀ ਕੰਠ ਹੋ ਗਿਆ ਉਹਦੇ, ਫਿਰ ਉਹ ਕੰਠ ਜਵਾਨੀ ਸਾਹਿਬ ਗੁਟਕਾ ਪਾਸੇ ਹੋ ਜਾਵੇਗਾ ਤੇ ਕਹਿੰਦੇ ਜਿਵੇਂ ਮਰਜ਼ੀ ਪੜ੍ਹੀ ਜਾਵੇ। ਕਹਿਣ ਦਾ ਭਾਵ ਪਹਿਲਾਂ ਨਾਮ ਬੋਲ ਬੋਲ ਕੇ ਉਚਾਰਨ ਪਵੇਗਾ ਤੇ ਜਿਹਦੇ ਉਚਾਰਨ ਕਹਿੰਦੇ ਅੰਤਰ ਆਤਮੇ ਵਿੱਚ ਉਤਰ ਗਿਆ, ਇਹਦੀ ਕਮਾਈ ਸੱਚ ਦੀ
ਕਮਾਈ ਹੋ ਜਾਵੇਗੀ। ਗੁਰਮੁਖ ਦੇਖੈ ਸਾਧ ਸਮਾਲੇ, ਬਿਨ ਜਗ ਸਾਚੇ ਕਾਚਾ। ਤੇ ਕਹਿੰਦੇ ਫਿਰ ਇਸ ਤਰ੍ਹਾਂ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਹਮੇਸ਼ਾ ਹੀ ਸੱਚਾ ਹੈ, ਉੱਚਾ ਹੈ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਉੱਚਾ। ਤੇ ਇਸ ਤਰ੍ਹਾਂ ਕਰਕੇ ਇਹ ਸਾਰਾ ਜਗਤ ਕੱਚਾ ਹੈ, ਕੱਚੇ ਦਾ ਇਹ ਸੰਸਾਰ ਬਣਿਆ। ਪਰ ਕਦੋਂ ਕੱਚਾ? ਕੱਚਾ ਉਸ ਸਮੇਂ ਆ ਜਿਸ ਸਮੇਂ ਅਸੀਂ ਮੋਹ, ਲਾਲਚ, ਕੂੜ ਦੇ ਨਾਲ ਜੁੜ ਕੇ ਉਸ ਪ੍ਰਮਾਤਮਾ ਵੱਲੋਂ ਹਟ ਗਏ ਆ। ਹੈ ਤਾਂ ਸੰਸਾਰ ਇਹ ਜਗ ਸੱਚੇ ਕੀ ਹੈ? ਕੋਠੜੀ ਸੱਚੇ ਕਾ ਵਿੱਚ ਵਾਸ। ਜਿਹਦੇ ਵਿੱਚ ਸੱਚ ਪ੍ਰਮਾਤਮਾ ਰਹਿੰਦਾ ਉਹ ਸੱਚਾ ਹੀ ਹੈ। ਪਰ ਇੱਕ ਗੱਲ ਨਾਲ ਇਹ ਹੈ, ਜਦੋਂ ਮੋਹ ਦੀਆਂ ਤੰਦਾਂ ਸਾਨੂੰ ਪੈ ਜਾਂਦੀਆਂ, ਲਾਲਚ ਦੀਆਂ ਤੰਦਾਂ ਸਾਨੂੰ ਬੰਨ੍ਹ ਲੈਂਦੀਆਂ ਨੇ, ਤੇ ਕਹਿੰਦੇ ਉਸ ਸਮੇਂ ਪਿਆਰ ਦੀਆਂ ਤੰਦਾਂ ਬੰਨ੍ਹ ਲੈਂਦੀਆਂ ਨੇ, ਉਸ ਸਮੇਂ ਅਸੀਂ ਉਹਦੇ ਵਿੱਚ ਖਚਿਤ ਹੋ ਜਾਂਦੇ ਹਾਂ। ਤੇ ਜਦੋਂ ਇਹਦੇ ਵਿੱਚ ਖਚਿਤ ਹੋ ਜਾਂਦੇ ਹਾਂ, ਉਸ ਸਮੇਂ ਗੁਰਮੁਖ ਪਿਆਰਿਓ ਇਹ ਜੱਗ ਸਾਡੇ ਵਾਸਤੇ ਕੱਚਾ। ਨਹੀਂ ਤਾਂ ਪਰ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜੇ ਵੀ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਗ੍ਰਹਿਸਥ ਜੀਵਨ ਧਾਰਨ ਕੀਤਾ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ, ਦਸੇ ਪਾਤਸ਼ਾਹ ਨੇ ਕਹਿੰਦੇ ਘਰ ਪਰਿਵਾਰ ਵਿੱਚ ਰਹਿੰਦੇ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਉਪਦੇਸ਼ ਵੀ ਦਿੱਤਾ। ਇਸ ਤਰ੍ਹਾਂ ਕਰਕੇ ਜੇ ਅਸੀਂ ਘਰ ਪਰਿਵਾਰ ਵਿੱਚ ਰਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਈਏ ਤੇ ਸਾਡਾ ਆਇਆ ਸਫਲ, ਤੁਹਾਡਾ ਆਇਆ ਸਫਲ ਹੋ ਜਾਵੇਗਾ। ਇਸ ਤਰ੍ਹਾਂ ਕਰਕੇ ਸਤਿਗੁਰੂ ਮਹਾਰਾਜ ਇਹ ਦੂਜੀ ਪੌੜੀ ਦੇ ਨਾਲ ਸਾਨੂੰ ਇਹ ਵਿਚਾਰ ਸਮਝਾਉਣਾ ਕਰਦੇ ਨੇ ਭਾਈ। ਨਹੀਂ ਤਾਂ ਫਿਰ ਇਹ ਜਿਹੜਾ ਕੋਟ ਕੁੱਟੇ ਨਾਨਕਾ ਓੜਕ ਸੱਚ ਰਹੀ। ਤੇ ਕਹਿੰਦੇ ਸੱਚ ਦੀ ਵਿਚਾਰ ਹਮੇਸ਼ਾ ਰਹਿਣੀ ਹੈ, ਅਸੀਂ ਝੂਠ ਦੇ ਵਿੱਚ ਜੁੜ ਕੇ ਖਤਮ ਹੋ ਜਾਣਾ ਹੈ। ਇਸ ਕਰਕੇ ਭਾਈ ਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਿੱਖ ਸੰਗਤਾਂ ਬਖਸ਼ਣ ਯੋਗ ਹੋ ਜੀ ਬਖਸ਼ ਲੈਣਾ। ਸੋ ਗੁਰੂ ਕੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਇਹੀ ਗੱਲ ਸਮਝਾਉਣਾ ਕੀਤੀ ਹੈ ਕਿ ਜਿਨ੍ਹਾਂ ਨੇ ਭਾਈ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਤਰ ਆਤਮੇ ਦੇ ਵਿੱਚ ਵੇਖ ਲਿਆ, ਉਹਨਾਂ ਦਾ ਆਇਆ ਸਫਲ, ਉਹਨਾਂ ਦੀ ਇਸ ਸੰਸਾਰ ਵਿੱਚ ਆਉਣਾ ਸਫਲ ਹੈ। ਇਸ ਤਰ੍ਹਾਂ ਕਰਕੇ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਿੱਖ ਸੰਗਤਾਂ ਬਖਸ਼ਣ ਯੋਗ ਹੋ ਜੀ ਬਖਸ਼ ਲੈਣਾ। ਗੁਰੂ ਕੀਆਂ ਵਿਚਾਰਾਂ ਸਮਝ ਕੇ ਆਪਣੇ ਮਨ ਚਿੱਤ ਹਿਰਦੇ ਦੇ ਵਿੱਚ ਵਸਾ ਲੈਣੀ ਹੈ ਜੀ। ਸੋ ਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਸਿੱਖ ਸੰਗਤਾਂ ਨੂੰ ਹਾਜ਼ਰੀਆਂ ਭਰਨ ਦੇ ਬਲ ਬੁੱਧੀ ਸਮਤ ਬਖਸ਼ਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ